ਅਬਰਾਹਮ ਦੇ ਪਰਿਵਾਰ ਦਾ ਇਤਿਹਾਸ ਅਤੇ ਸਵਰਗੀ ਮਾਤਾ ਜੀ ਸਿਰਲੇਖ ਉਪਦੇਸ਼ ਨਾਲ ਆਓ ਅਸੀਂ ਬਾਈਬਲ ਦੀਆਂ ਭਵਿੱਖਬਾਣੀਆਂ ਦੁਆਰਾ ਪਰਮੇਸ਼ਰ ਦੇ ਵਚਨ ਨੂੰ ਸਾਂਝਾ ਕਰਨ ਅਤੇ ਉਹਨਾਂ ਦੀ ਇੱਛਾ ਨੂੰ ਲੱਭਣ ਦਾ ਕੁਝ ਸਮਾਂ ਲਈਏ। ਆਓ ਅਸੀਂ ਇੱਕ ਪਲ ਲਈ ਇਸ ਬਾਰੇ ਸੋਚੀਏ। ਜਦੋਂ ਅਸੀਂ ਅਬਰਾਹਮ ਦੇ ਸਮੇਂ ਦੇ ਲੋਕਾਂ, ਮੂਸਾ ਦੇ ਸਮੇਂ ਦੇ ਲੋਕਾਂ ਅਤੇ 3500 ਸਾਲ ਪਹਿਲਾਂ ਦੇ ਇਸਰਾਈਲੀਆਂ ਬਾਰੇ ਵਿਚਾਰ ਕਰੀਏ, ਜੇਕਰ ਉਹ ਯਹੋਵਾ ਪਰਮੇਸ਼ਰ ਨੂੰ ਨਹੀਂ ਜਾਣਦੇ ਸੀ ਅਤੇ ਉਹਨਾਂ ਉੱਤੇ ਵਿਸ਼ਵਾਸ ਨਹੀਂ ਕਰਦੇ ਸੀ, ਤਦ ਉਹਨਾਂ ਦੀਆਂ ਆਤਮਾਵਾਂ ਦਾ ਅੰਤਮ ਨਤੀਜਾ ਕੀ ਹੋਇਆ ਹੋਵੇਗਾ? ਨਾਲ ਹੀ ਉਹਨਾਂ ਲੋਕਾਂ ਦਾ ਅੰਤਮ ਨਤੀਜਾ ਕੀ ਹੋਇਆ ਹੋਵੇਗਾ ਜਿਨ੍ਹਾਂ ਨੇ 2000 ਸਾਲ ਪਹਿਲਾਂ ਇਸ ਧਰਤੀ ਉੱਤੇ ਆਏ ਯਿਸੂ ਮਸੀਹ ਨੂੰ ਨਹੀਂ ਪਹਿਚਾਣਿਆ ਅਤੇ ਨਾ ਹੀ ਉਹਨਾਂ ਨੂੰ ਪਰਮੇਸ਼ਰ ਵਜੋਂ ਸਵੀਕਾਰ ਕੀਤਾ। ਪਵਿੱਤਰ ਆਤਮਾ ਦੇ ਯੁੱਗ ਵਿੱਚ ਵੀ ਜੇਕਰ ਲੋਕ ਆਤਮਾ ਤੇ ਲਾੜੀ ਨੂੰ ਨਹੀਂ ਜਾਣਦੇ ਅਤੇ ਨਾ ਹੀ ਉਹਨਾਂ ਉੱਤੇ ਵਿਸ਼ਵਾਸ ਕਰਦੇ ਹਨ, ਤਦ ਉਹਨਾਂ ਦਾ ਅੰਤਮ ਨਤੀਜਾ ਕੀ ਹੋਵੇਗਾ? ਜਦੋਂ ਅਸੀਂ ਇਸ ਬਾਰੇ ਸੋਚਦੇ ਹਾਂ ਤਦ ਮੈਨੂੰ ਲੱਗਦਾ ਹੈ ਪਰਮੇਸ਼ਰ ਨੇ ਸਾਨੂੰ ਸੱਚਾਈ ਨੂੰ ਦੇਖਣ, ਸੁਣਨ ਅਤੇ ਸਮਝਣ ਦੀ ਇਜਾਜ਼ਤ ਦਿੱਤੀ ਹੈ। ਇਸ ਲਈ ਸਾਨੂੰ ਹਰ ਦਿਨ ਪਰਮੇਸ਼ਰ ਨੂੰ ਧੰਨਵਾਦ ਅਤੇ ਵਡਿਆਈ ਨਹੀਂ ਦੇਣੀ ਚਾਹੀਦੀ। ਅੱਜ ਇਸ ਵਿਸ਼ੇ ਨਾਲ ਆਓ ਅਸੀਂ ਆਪਣੇ ਆਪ ਤੋਂ ਪੁੱਛੀਏ, ਸਵਰਗ ਦੇ ਰਾਜ ਵਿੱਚ ਕੌਣ ਪ੍ਰਵੇਸ਼ ਕਰ ਸਕੇਗਾ? ਸਵਰਗੀ ਵਿਰਾਸਤ ਕੌਣ ਪ੍ਰਾਪਤ ਕਰ ਸਕਦਾ ਹੈ? ਸਾਨੂੰ ਇਸ ਨੂੰ ਨਾ ਸਿਰਫ ਗਿਆਨ ਵਜੋਂ ਸਮਝਣਾ ਚਾਹੀਦਾ ਹੈ, ਬਲਕਿ ਇਸ ਤੱਥ ਉੱਤੇ ਦ੍ਰਿੜ ਵਿਸ਼ਵਾਸ ਅਤੇ ਭਰੋਸਾ ਰੱਖਣਾ ਚਾਹੀਦਾ ਹੈ ਕਿ ਇਹ ਸਵਰਗ ਦੇ ਰਾਜ ਦਾ ਪੱਕਾ ਰਸਤਾ ਹੈ, ਤਾਂ ਜੋ ਤੁਸੀਂ ਅਤੇ ਮੈਂ ਉਸ ਮੁਕਤੀ ਦੇ ਰਸਤੇ ਉੱਤੇ ਚੱਲ ਸਕੀਏ ਜੋ ਪਰਮੇਸ਼ਰ ਨੇ ਸਾਡੇ ਉੱਤੇ ਪ੍ਰਗਟ ਕੀਤਾ ਹੈ। ਮੁਕਤੀ ਦੇ ਮਾਮਲੇ ਵਿੱਚ ਅਬਰਾਹਮ ਦੇ ਪਰਿਵਾਰ ਦਾ ਇਤਿਹਾਸ ਦਾ ਉਹ ਟੁਕੜਾ ਹੈ ਜੋ ਇੱਕ ਜ਼ਰੂਰੀ ਅਤੇ ਬਹੁਤ ਮਹੱਤਵਪੂਰਨ ਸਬਕ ਹੈ। ਅਬਰਾਹਮ ਦੇ ਪਰਿਵਾਰ ਵਿੱਚ ਅਬਰਾਹਮ ਅਤੇ ਉਸ ਦੀ ਪਤਨੀ ਸਾਰਾ ਸੀ। ਇਸਹਾਕ ਦਾ ਜਨਮ ਸਾਰਾ ਤੋਂ ਹੋਇਆ ਸੀ। ਜਦੋਂ ਪਰਮੇਸ਼ਰ ਨੇ ਅਬਰਾਹਮ ਨੂੰ ਕਿਹਾ, ਤੇਰਾ ਅੰਸ਼ ਨਿਸ਼ਚਿਤ ਹੀ ਉਹ ਵਾਰਿਸ ਹੋਵੇਗਾ ਜੋ ਤੇਰੀ ਜਾਇਦਾਦ ਵਿੱਚੋਂ ਸਭ ਕੁਝ ਪ੍ਰਾਪਤ ਕਰੇਗਾ। ਹਾਲਾਂਕਿ ਅਬਰਾਹਮ ਕੋਲ ਕੋਈ ਸੰਤਾਨ ਨਹੀਂ ਸੀ। ਫਿਰ ਹਾਜਰਾ ਜੋ ਸਾਰਾ ਦੀ ਗੋਲੀ ਸੀ, ਨੇ ਇਸ਼ਮਾਈਲ ਨਾਂ ਦੇ ਇੱਕ ਬੱਚੇ ਨੂੰ ਜਨਮ ਦਿੱਤਾ। ਇਸ ਦੁਆਰਾ ਅਸੀਂ ਅੱਜ ਪੁਰਾਣੇ ਨੇਮ ਅਤੇ ਨਵੇਂ ਨੇਮ ਵਿਚਕਾਰ ਸੰਬੰਧ ਨੂੰ ਸਮਝ ਸਕਦੇ ਹਾਂ। ਅਬਰਾਹਮ ਦੇ ਪਰਿਵਾਰ ਦਾ ਇਤਿਹਾਸ ਮਹੱਤਵਪੂਰਨ ਹੈ ਕਿਉਂਕਿ ਇਹ ਸਾਨੂੰ ਨਵੇਂ ਨੇਮ ਦੀ ਅਸਲੀਅਤ ਬਾਰੇ ਸਿਖਾਉਂਦਾ ਹੈ। ਜੇਕਰ ਤੁਸੀਂ ਇਸ ਗੱਲ ਨੂੰ ਸਮਝੇ ਬਿਨਾਂ ਗਲਾਤੀਆਂ ਦੇ ਅਧਿਆਇ 3 ਅਤੇ 4 ਨੂੰ ਪੜ੍ਹਦੇ ਹੋ, ਤਦ ਤੁਹਾਨੂੰ ਕੋਈ ਸਪਸ਼ਟ ਸਮਝ ਨਹੀਂ ਮਿਲੇਗੀ ਕਿ ਉਹ ਅਧਿਆਇ ਅਸਲ ਵਿੱਚ ਕਿਸ ਬਾਰੇ ਗੱਲ ਕਰ ਰਿਹਾ ਹੈ। ਅੱਜ ਆਓ ਅਸੀਂ ਅਬਰਾਹਮ ਦੇ ਪਰਿਵਾਰ ਦੇ ਇਤਿਹਾਸ ਨੂੰ ਧਿਆਨ ਨਾਲ ਵੇਖੀਏ। ਅਬਰਾਹਮ ਦੇ ਪਰਿਵਾਰ ਵਿੱਚ ਸਵਰਗੀ ਮਾਤਾ ਦੀ ਭੂਮਿਕਾ ਨੂੰ ਸਮਝੋ ਅਤੇ ਪੁਸ਼ਟੀ ਕਰੋ ਕਿ ਸਵਰਗੀ ਮਾਤਾ ਤੋਂ ਬਿਨਾਂ ਜੋ ਇੱਕ ਅਨਿਖੜਵੀ ਭੂਮਿਕਾ ਨਿਭਾਉਂਦੀ ਹੈ, ਕੋਈ ਵੀ ਇਸ ਦੀਪਕ ਸਵਰਗ ਦੇ ਰਾਜ ਨੂੰ ਪ੍ਰਾਪਤ ਨਹੀਂ ਕਰ ਪਾਵੇਗਾ। ਇਸ ਨੂੰ ਹੋਰ ਸਮਝਣ ਲਈ ਆਓ ਅਸੀਂ ਲੂਕਾ ਅਧਿਆਇ 16 ਵਚਨ 19 ਵਿੱਚ ਦਿੱਤੇ ਗਏ ਇੱਕ ਬਹੁਤ ਹੀ ਮਹੱਤਵਪੂਰਨ ਦ੍ਰਿਸ਼ਟਾਂਤ ਨੂੰ ਵੇਖੀਏ। ਅਧਿਆਇ 16 ਵਚਨ 19। ਇੱਕ ਧਨਵਾਨ ਮਨੁੱਖ ਸੀ ਜੋ ਬੈਂਗਣੀ ਅਰ ਬਰੀਕ ਕੱਪੜਾ ਪਹਿਨਦਾ ਅਤੇ ਨਿਤ ਭੋਗ ਬਿਲਾਸ ਕਰਦਾ ਅਤੇ ਸ਼ਾਨ ਨਾਲ ਰਹਿੰਦਾ ਸੀ। ਅਰ ਲਾਜ਼ਰ ਨਾਂ ਉਹਦਾ ਇੱਕ ਕੰਗਾਲ ਫੋੜਿਆਂ ਨਾਲ ਭਰਿਆ ਹੋਇਆ ਉਹਦੀ ਡਿਓੜੀ ਦੇ ਅੱਗੇ ਸੁੱਟਿਆ ਪਿਆ ਹੁੰਦਾ ਸੀ। ਅਰ ਜਿਹੜੇ ਚੂਰੇ ਪੂਰੇ ਉਸ ਧਨਵਾਨ ਦੀ ਮੇਜ਼ ਦੇ ਉੱਤੋਂ ਡਿੱਗਦੇ ਸਨ, ਉਹ ਉਹਨਾਂ ਨਾਲ ਆਪਣਾ ਢਿੱਡ ਭਰਨਾ ਚਾਹੁੰਦਾ ਸੀ, ਸਗੋਂ ਕੁੱਤੇ ਵੀ ਆਣ ਕੇ ਉਹਦੇ ਫੋੜਿਆਂ ਨੂੰ ਚੱਟਦੇ ਸਨ। ਅਤੇ ਇਉਂ ਹੋਇਆ ਜੋ ਉਹ ਕੰਗਾਲ ਮਰ ਗਿਆ, ਅਰ ਦੂਤਾਂ ਨੇ ਉਹਨੂੰ ਅਬਰਾਹਮ ਦੀ ਗੋਦ ਵਿੱਚ ਲਿਜਾ ਰੱਖਿਆ ਅਤੇ ਉਹ ਧਨਵਾਨ ਵੀ ਮਰਿਆ ਅਤੇ ਦੱਬਿਆ ਗਿਆ। ਅਰ ਪਤਾਲ ਵਿੱਚ ਦੁਖੀ ਹੋ ਕੇ ਉਸਨੇ ਆਪਣੀਆਂ ਅੱਖੀਆਂ ਚੁੱਕੀਆਂ ਅਤੇ ਦੂਰੋਂ ਅਬਰਾਹਮ ਨੂੰ ਅਰ ਉਹਦੀ ਗੋਦ ਵਿੱਚ ਲਾਜ਼ਰ ਨੂੰ ਡਿੱਠਾ ਤਾਂ ਉਸਨੇ ਆਵਾਜ਼ ਮਾਰ ਕੇ ਕਿਹਾ, ਹੇ ਪਿਤਾ ਅਬਰਾਹਮ, ਮੇਰੇ ਉੱਤੇ ਦਇਆ ਕਰ ਅਤੇ ਲਾਜ਼ਰ ਨੂੰ ਘੱਲ ਜੋ ਆਪਣੀ ਉਂਗਲ ਦਾ ਪੋਟਾ ਪਾਣੀ ਵਿੱਚ ਡੁਬੋ ਕੇ ਮੇਰੀ ਜੀਭ ਠੰਡੀ ਕਰੇ, ਕਿਉਂ ਜੋ ਮੈਂ ਇਸ ਲੰਬ ਵਿੱਚ ਕਲਪਦਾ ਹਾਂ। ਯਿਸੂ ਨੇ ਸਾਨੂੰ ਸਵਰਗ ਅਤੇ ਨਰਕ ਦੋਨਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਦਿਖਾਉਣ ਲਈ ਇਸ ਦ੍ਰਿਸ਼ਟਾਂਤ ਦੀ ਵਰਤੋਂ ਕੀਤੀ। ਹਾਲਾਂਕਿ ਵਚਨ 24 ਵਿੱਚ ਇੱਕ ਮਹੱਤਵਪੂਰਨ ਗੱਲ ਹੈ। ਧਨਵਾਨ ਨੇ ਕਿਸ ਨੂੰ ਹੇ ਪਿਤਾ ਕਿਹਾ? ਕੰਗਾਲ ਅਤੇ ਧਨਵਾਨ ਆਪਣੀ ਮੌਤ ਤੋਂ ਬਾਅਦ ਇਸ ਪ੍ਰਕਾਰ ਦੀ ਦੁਨੀਆ ਵਿੱਚ ਗਏ। ਮਰਨ ਤੋਂ ਬਾਅਦ ਲੋਕ ਜਿਸ ਦੁਨੀਆ ਵਿੱਚ ਜਾਂਦੇ ਹਨ ਉਹ ਆਤਮਿਕ ਦੁਨੀਆ ਹੈ। ਆਤਮਿਕ ਦੁਨੀਆ ਵਿੱਚ ਸਿਰਫ ਪਰਮੇਸ਼ਰ ਨੂੰ ਹੀ ਸਾਡੇ ਪਿਤਾ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ।
ਹਾਲਾਂਕਿ ਇੱਥੇ ਪਿਤਾ ਪਰਮੇਸ਼ਰ ਨੂੰ ਪਿਤਾ ਅਬਰਾਹਮ ਦੇ ਰੂਪ ਵਿੱਚ ਦਰਸਾਇਆ ਗਿਆ ਹੈ। ਆਖਰਕਾਰ ਅਸੀਂ ਸਪਸ਼ਟ ਤੌਰ ਤੇ ਸਮਝ ਸਕਦੇ ਹਾਂ ਕਿ ਅਬਰਾਹਮ ਪਰਮੇਸ਼ਰ ਨੂੰ ਦਰਸਾਉਂਦਾ ਹੈ ਅਤੇ ਉਹ ਇੱਕ ਅਜਿਹਾ ਵਿਅਕਤੀ ਹੈ ਜਿਸ ਦੀ ਵਰਤੋਂ ਭਵਿੱਖ ਵਿੱਚ ਆਉਣ ਵਾਲੇ ਪਰਮੇਸ਼ਰ ਨੂੰ ਦਰਸਾਉਣ ਲਈ ਕੀਤੀ ਗਈ ਹੈ। ਤਦ ਅਸੀਂ ਕਿਸ ਦੁਆਰਾ ਪਰਮੇਸ਼ਰ ਦੇ ਰਾਜ ਦੀ ਵਿਰਾਸਤ ਪ੍ਰਾਪਤ ਕਰ ਸਕਦੇ ਹਾਂ? ਇਹ ਸਾਡੀ ਮੁਕਤੀ ਬਾਰੇ ਸਭ ਤੋਂ ਵੱਡਾ ਮਾਮਲਾ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਦੀਆਂ ਪੂਰਨ ਸ਼ਰਤਾਂ ਕੀ ਹਨ? ਸਾਨੂੰ ਪਰਮੇਸ਼ਰ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਤੁਸੀਂ ਸਹਿਮਤ ਨਹੀਂ ਹੋ ਅਤੇ ਸਾਨੂੰ ਉਹਨਾਂ ਦਾ ਆਦਰ ਕਰਨਾ ਚਾਹੀਦਾ ਹੈ। ਪਰ ਭਾਵੇਂ ਪਰਮੇਸ਼ਰ ਸਾਡੇ ਨਾਲ ਹਨ, ਯਹੋਨਾ ਅਧਿਆਇ 1 ਵਿੱਚ ਲਿਖਿਆ ਹੈ ਕਿ ਕਿਸੇ ਨੇ ਉਹਨਾਂ ਨੂੰ ਸਵੀਕਾਰ ਨਹੀਂ ਕੀਤਾ ਕਿਉਂਕਿ ਅਸੀਂ ਉਹਨਾਂ ਨੂੰ ਸਵੀਕਾਰ ਕੀਤੇ ਬਿਨਾਂ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰ ਸਕਦੇ। ਇਸ ਲਈ ਆਓ ਅਸੀਂ ਅਬਰਾਹਮ ਦੇ ਪਰਿਵਾਰ ਦੁਆਰਾ ਉਹਨਾਂ ਸਾਰੇ ਤਰੀਕਿਆਂ ਨੂੰ ਲੱਭੀਏ ਜਿਨ੍ਹਾਂ ਵਿੱਚ ਪਰਮੇਸ਼ਰ ਆਪਣੇ ਆਪ ਨੂੰ ਪ੍ਰਗਟ ਕਰਦੇ ਹਨ ਤਾਂ ਜੋ ਅਸੀਂ ਉਹਨਾਂ ਨੂੰ ਸਵੀਕਾਰ ਕਰ ਸਕੀਏ। ਜਿਵੇਂ ਕਿ ਜ਼ਿਕਰ ਕੀਤਾ ਗਿਆ ਹੈ ਲੂਕਾ ਅਧਿਆਇ 16 ਵਿੱਚ ਅਬਰਾਹਮ ਜਿਸ ਨੂੰ ਸਵਰਗ ਦੇ ਰਾਜ ਵਿੱਚ ਹੇ ਪਿਤਾ ਕਿਹਾ ਗਿਆ ਸੀ ਪਰਮੇਸ਼ਰ ਨੂੰ ਦਰਸਾਉਂਦਾ ਹੈ। ਪਰਮੇਸ਼ਰ ਨੇ ਸਾਨੂੰ ਅਬਰਾਹਮ ਦੇ ਪਰਿਵਾਰ ਦੇ ਇਤਿਹਾਸ ਰਾਹੀਂ ਸਵਰਗ ਦੇ ਰਾਜ ਦੇ ਰਸਤੇ ਨੂੰ ਜਾਣਨ ਦੀ ਇਜਾਜ਼ਤ ਦਿੱਤੀ। ਆਓ ਅਸੀਂ ਉਤਪਤ ਅਧਿਆਇ 15 ਵਿੱਚ ਇਸ ਦੀ ਪੁਸ਼ਟੀ ਕਰੀਏ। ਉਤਪਤ ਦੀ ਕਿਤਾਬ ਅਧਿਆਇ 15 ਵਚਨ 1 ਵਿੱਚ ਦੇਖੀਏ। ਇਹਨਾਂ ਗੱਲਾਂ ਦੇ ਮਗਰੋਂ ਯਹੋਵਾ ਦਾ ਬਚਨ ਅਬਰਾਹਮ ਦੇ ਕੋਲ ਦਰਸ਼ਨ ਵਿੱਚ ਆਇਆ ਕਿ ਨਾ ਡਰ ਅਬਰਾਹਮ, ਮੈਂ ਤੇਰੀ ਢਾਲ ਹਾਂ ਅਤੇ ਤੇਰਾ ਅਤ ਵੱਡਾ ਅਜਰ ਹਾਂ। ਅਬਰਾਹਮ ਨੇ ਕਿਹਾ, हे ਪ੍ਰਭੂ ਯਹੋਵਾ, ਮੈਂ ਬੇਔਲਾਦ ਹਾਂ ਕਿਉਂਕਿ ਮੇਰੇ ਕੋਲ ਕੋਈ ਸੰਤਾਨ ਨਹੀਂ ਹੈ ਅਤੇ ਇਹ ਦਮਿਸ਼ਕ ਦਾ ਆਦਮੀ ਐਲੀਏਜ਼ਰ ਮੇਰੇ ਘਰ ਦਾ ਵਾਰਿਸ ਹੋਵੇਗਾ, ਤਾਂ ਤੁਸੀਂ ਮੈਨੂੰ ਕੀ ਦੇਵੋਗੇ? ਐਲੀਏਜ਼ਰ ਉਹ ਸੇਵਕ ਸੀ ਜਿਸ ਨੂੰ ਅਬਰਾਹਮ ਨੇ ਆਪਣੇ ਘਰ ਵਿੱਚ ਪਾਲਿਆ ਸੀ। ਉਹ ਇੱਕ ਵਫਾਦਾਰ ਸੇਵਕ ਸੀ। ਅਬਰਾਹਮ ਨੇ ਕਿਹਾ, ਮੇਰੇ ਕੋਲ ਕੋਈ ਔਲਾਦ ਨਹੀਂ ਹੈ, ਇਸ ਲਈ ਮੈਂ ਆਪਣੀ ਸਾਰੀ ਜਾਇਦਾਦ ਐਲੀਏਜ਼ਰ ਨੂੰ ਦੇ ਦਿਆਂਗਾ। ਮੈਂ ਇਸ ਵਿਅਕਤੀ ਨੂੰ ਆਪਣਾ ਵਾਰਿਸ ਬਣਾਉਣਾ ਚਾਹੁੰਦਾ ਹਾਂ। ਆਓ ਅਸੀਂ ਧਿਆਨ ਨਾਲ ਉਸ ਜਵਾਬ ਉੱਤੇ ਇੱਕ ਨਜ਼ਰ ਪਾਈਏ ਜੋ ਪਰਮੇਸ਼ਰ ਨੇ ਉਸ ਨੂੰ ਦਿੱਤਾ ਸੀ। ਵਚਨ 3, ਨਾਲੇ ਅਬਰਾਹਮ ਨੇ ਆਖਿਆ, ਵੇਖ ਤੈਂ ਮੈਨੂੰ ਕੋਈ ਅੰਸ਼ ਨਾ ਦਿੱਤੀ, ਅਰ ਵੇਖ ਮੇਰਾ ਘਰ ਜਮ ਮੇਰਾ ਵਾਰਿਸ ਹੋਵੇਗਾ। ਤਦ ਪ੍ਰਭੂ ਦਾ ਬਚਨ ਉਸ ਕੋਲ ਪਹੁੰਚਿਆ, ਇਹ ਤੇਰਾ ਵਾਰਿਸ ਨਹੀਂ ਹੋਵੇਗਾ। ਪਰਮੇਸ਼ਰ ਨੇ ਕਿਹਾ, ਇਹ ਆਦਮੀ ਵਫਾਦਾਰ ਅਤੇ ਆਪਣੇ ਕੰਮ ਵਿੱਚ ਚੰਗਾ ਹੈ, ਪਰ ਇਹ ਤੁਹਾਡਾ ਵਾਰਿਸ ਨਹੀਂ ਹੈ। ਫਿਰ ਉਸ ਦੇ ਵਾਰਿਸ ਕੋਲ ਕਿਹੜੀ ਯੋਗਤਾ ਹੋਣੀ ਚਾਹੀਦੀ ਹੈ? ਪਰ ਉਹ ਜੋ ਤੇਰੇ ਤੁੱਖਾਂ ਵਿੱਚੋਂ ਨਿਕਲੇਗਾ ਤੇਰਾ ਵਾਰਿਸ ਹੋਵੇਗਾ। ਤਾਂ ਉਹ ਉਸ ਨੂੰ ਬਾਹਰ ਲੈ ਗਿਆ ਔਰ ਆਖਿਆ, ਆਕਾਸ਼ ਵੱਲ ਨਿਗਾਹ ਮਾਰ ਅਤੇ ਤਾਰੇ ਗਿਣ ਜੇ ਤੂੰ ਉਹਨਾਂ ਨੂੰ ਗਿਣ ਸਕੇ। ਫਿਰ ਉਸਨੇ ਉਹਨੂੰ ਆਖਿਆ, ਐਨੀ ਹੀ ਤੇਰੀ ਅੰਸ਼ ਹੋਵੇਗੀ, ਤੇਰੇ ਅੰਸ਼ ਦੀ ਗਿਣਤੀ ਆਕਾਸ਼ ਦੇ ਤਾਰਿਆਂ ਵਾਂਗ ਹੋਵੇਗੀ। ਜਦੋਂ ਅਸੀਂ ਅਬਰਾਹਮ ਦੀ ਉਮਰ ਬਾਰੇ ਵਿਚਾਰ ਕਰੀਏ ਤਦ ਇਸ ਸਮੇਂ ਉਹ ਬੱਚਾ ਪੈਦਾ ਕਰਨ ਲਈ ਬਹੁਤ ਬੁੱਢਾ ਹੋ ਗਿਆ ਸੀ, ਪਰ ਪਰਮੇਸ਼ਰ ਨੇ ਕਿਹਾ, ਤੇਰਾ ਅੰਸ਼ ਅਣਗਿਣਤ ਹੋਵੇਗੀ। ਇਸ ਲਈ ਆਪਣੇ ਸੇਵਕ ਅਲੀਆਜ਼ਰ ਨੂੰ ਜਿਸ ਨੂੰ ਤੂੰ ਆਪਣੇ ਘਰ ਵਿੱਚ ਪਾਲਿਆ ਸੀ ਆਪਣਾ ਵਾਰਿਸ ਨਾ ਬਣਾਉਣਾ। ਇਸ ਦੀ ਬਜਾਏ ਪਰਮੇਸ਼ਰ ਨੇ ਕਿਹਾ, ਪਰ ਉਹ ਜੋ ਤੇਰੇ ਤੁੱਖਾਂ ਵਿੱਚੋਂ ਨਿਕਲੇਗਾ ਤੇਰਾ ਵਾਰਿਸ ਹੋਵੇਗਾ। ਪਰਮੇਸ਼ਰ ਦੇ ਵਚਨ ਅਨੁਸਾਰ ਆਖਰਕਾਰ ਅਬਰਾਹਮ ਦੇ ਆਪਣੇ ਸਰੀਰ ਤੋਂ ਸੱਚਮੁੱਚ ਇੱਕ ਪੁੱਤਰ ਦਾ ਜਨਮ ਹੋਇਆ। ਉਸ ਸਮੇਂ ਅਬਰਾਹਮ ਦੀ ਪਤਨੀ ਸਾਰਾ ਵੀ ਅਜਿਹੀ ਉਮਰ ਵਿੱਚ ਪਹੁੰਚ ਗਈ ਸੀ ਕਿ ਉਹ ਕੋਈ ਸੰਤਾਨ ਪੈਦਾ ਕਰਨ ਬਾਰੇ ਸੋਚ ਵੀ ਨਹੀਂ ਸਕਦੀ ਸੀ। ਇਸ ਲਈ ਸਾਰਾ ਨੇ ਇੱਕ ਮਿਸਰੀ ਔਰਤ ਹਾਜਰਾ ਨੂੰ, ਜਿਸ ਨੂੰ ਉਸਨੇ ਆਪਣੀ ਗੋਲੀ ਬਣਾਇਆ ਸੀ, ਅਬਰਾਹਮ ਨੂੰ ਉਸਦੀ ਦੂਜੀ ਪਤਨੀ ਦੇ ਰੂਪ ਵਿੱਚ ਸੌਂਪ ਦਿੱਤੀ। ਅਬਰਾਹਮ ਨੇ ਵੀ ਇਹ ਉਪਾਅ ਕਰਕੇ ਪਰਮੇਸ਼ਰ ਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਪਰਮੇਸ਼ਰ ਨੇ ਕਿਹਾ, ਤੁਹਾਡਾ ਆਪਣਾ ਪੁੱਤਰ ਤੇਰਾ ਵਾਰਿਸ ਹੋਵੇਗਾ। ਤਦ ਅਬਰਾਹਮ ਨੇ ਸੋਚਿਆ ਕਿ ਉਸ ਕੋਲ ਸੰਤਾਨ ਪੈਦਾ ਕਰਨ ਲਈ ਦੂਜੀ ਪਤਨੀ ਰੱਖਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਬਾਅਦ ਵਿੱਚ ਉਸਨੇ ਜੰਮੇ ਹੋਏ ਬੱਚੇ ਦਾ ਨਾਮ ਇਸ਼ਮਾਈਲ ਰੱਖਿਆ। ਅਧਿਆਇ 16 ਵਚਨ 11 ਵਿੱਚ ਇਹ ਕਹਿੰਦਾ ਹੈ, ਨਾਲੇ ਹੀ ਯਹੋਵਾ ਦੇ ਦੂਤ ਨੇ ਉਹਨੂੰ ਆਖਿਆ, ਵੇਖ ਤੂੰ ਗਰਭਣੀ ਹੈ ਔਰ ਪੁੱਤਰ ਜਣੇਗੀ, ਉਹਦਾ ਨਾਮ ਇਸ਼ਮਾਈਲ ਰੱਖੀ, ਕਿਉਂ ਜੋ ਯਹੋਵਾ ਨੇ ਤੇਰੇ ਦੁੱਖ ਨੂੰ ਸੁਣਿਆ ਹੈ। ਪਰ ਉਹ ਜੰਗਲੀ ਖੋਤੇ ਜਿਹਾ ਆਦਮੀ ਹੋਵੇਗਾ, ਉਹਦਾ ਹੱਥ ਹਰ ਇੱਕ ਦੇ ਵਿਰੁੱਧ
ਅਤੇ ਹਰ ਇੱਕ ਦਾ ਹੱਥ ਉਸ ਦੇ ਵਿਰੁੱਧ ਹੋਵੇਗਾ ਅਤੇ ਉਹ ਆਪਣੇ ਸਾਰੇ ਭਰਾਵਾਂ ਦੇ ਸਾਹਮਣੇ ਵਸੇਗਾ। 살리라 하니라। ਉਪਰੰਤ ਉਸਨੇ ਯਹੋਵਾ ਦਾ ਨਾਮ ਜੋ ਉਹਦੇ ਨਾਲ ਬੋਲਦਾ ਸੀ ਇਹ ਰੱਖਿਆ ਕਿ ਤੂੰ ਮੇਰਾ ਵੇਖਣਹਾਰ ਪਰਮੇਸ਼ਰ ਹੈ, ਕਿਉਂਕਿ ਉਸਨੇ ਆਖਿਆ ਕਿ ਮੈਂ ਇੱਥੇ ਉਹਦੇ ਮੈਨੂੰ ਵੇਖਣ ਦੇ ਮਗਰੋਂ ਵੀ ਵੇਖਦੀ ਹਾਂ। 이름으로 ਇਸ ਲਈ ਉਹ ਉਸ ਖੂਹ ਦਾ ਨਾਮ ਬੇਰ ਰੋਈ ਆਖਦੇ ਹਨ। ਵੇਖੋ ਉਹ ਕਾਦੇਸ਼ ਅਰ ਬਰਦ ਦੇ ਵਿਚਕਾਰ ਹੈ। ਵਚਨ 15। 10절의 말씀 보시면 하갈이 아브라함 ਫਿਰ ਹਾਜਰਾ ਅਬਰਾਹਮ ਲਈ ਇੱਕ ਪੁੱਤਰ ਜਣੀ ਅਰ ਅਬਰਾਹਮ ਨੇ ਆਪਣੇ ਪੁੱਤਰ ਦਾ ਨਾਮ ਜਿਹਨੂੰ ਹਾਜਰਾ ਜਣੀ ਇਸ਼ਮਾਇਲ ਰੱਖਿਆ। 이스마엘이라 하였더라। ਜਦ ਹਾਜਰਾ ਇਸ਼ਮਾਇਲ ਨੂੰ ਅਬਰਾਹਮ ਲਈ ਜਣੀ, ਅਬਰਾਹਮ 86 ਵਰ੍ਹਿਆਂ ਦਾ ਸੀ। 6세였더라। ਭਾਵੇਂ ਇਸ਼ਮਾਇਲ ਅਬਰਾਹਮ ਦਾ ਪੁੱਤਰ ਸੀ, ਪਰ ਆਓ ਅਸੀਂ ਅਧਿਆਇ 17 ਆਇਤ 1 ਵਿੱਚ ਦੇਖੀਏ ਕਿ ਇਸ਼ਮਾਇਲ ਦੇ ਅਬਰਾਹਮ ਦੇ ਵਾਰਿਸ ਬਣਨ ਬਾਰੇ ਪਰਮੇਸ਼ਵਰ ਨੇ ਕੀ ਫੈਸਲਾ ਲਿਆ। 17장 ਜਦ ਅਬਰਾਹਮ 99 ਵਰ੍ਹਿਆਂ ਦਾ ਹੋਇਆ 19세 때 ਤਦ ਯਹੋਵਾ ਨੇ ਅਬਰਾਹਮ ਨੂੰ ਦਰਸ਼ਨ ਦਿੱਤਾ ਅਤੇ ਉਸ ਨੂੰ ਆਖਿਆ, 그에게 이르시되 ਮੈਂ ਸਰਵਸ਼ਕਤੀਮਾਨ ਪਰਮੇਸ਼ਰ ਹਾਂ, ਤੂੰ ਮੇਰੇ ਸਨਮੁਖ ਚੱਲ ਅਰ ਸੰਪੂਰਨ ਹੋ। 완전하라। ਮੈਂ ਆਪਣਾ ਨੇਮ ਆਪਣੇ ਤੇ ਤੇਰੇ ਵਿੱਚ ਬੰਨਾਂਗਾ ਅਤੇ ਮੈਂ ਤੈਨੂੰ ਹੱਦੋਂ ਬਾਲਾ ਵਧਾਵਾਂਗਾ। ਤਾਂ ਅਬਰਾਹਮ ਆਪਣੇ ਮੂੰਹ ਦੇ ਭਾਰ ਡਿੱਗਿਆ ਔਰ ਪਰਮੇਸ਼ਰ ਨੇ ਉਹਦੇ ਨਾਲ ਇਹ ਗੱਲ ਕੀਤੀ, 가라사대 ਭਾਈ ਵੇਖ ਮੇਰਾ ਨੇਮ ਤੇਰੇ ਨਾਲ ਹੈ ਅਤੇ ਤੂੰ ਕੀ ਹੋਵੇਗਾ? ਬਹੁਤੀਆਂ ਕੌਮਾਂ ਦਾ ਪਿਤਾ ਹੋਵੇਗਾ। ਉਪਰੰਤ ਤੇਰਾ ਨਾਮ ਫਿਰ ਅਬਰਾਮ ਨਹੀਂ ਸੱਦਿਆ ਜਾਵੇਗਾ, ਪਰ ਤੇਰਾ ਨਾਮ ਅਬਰਾਹਮ ਹੋਵੇਗਾ, ਕਿਉਂਕਿ ਮੈਂ ਤੈਨੂੰ ਬਹੁਤੀਆਂ ਕੌਮਾਂ ਦਾ ਪਿਤਾ ਠਹਿਰਾ ਦਿੱਤਾ ਹੈ। 하려함이라 하고 했습니다। ਆਓ ਅਸੀਂ ਵਚਨ 15 ਉੱਤੇ ਜਾਈਏ। 넘어가 보겠습니다। ਫਿਰ ਪਰਮੇਸ਼ਰ ਨੇ ਅਬਰਾਹਮ ਨੂੰ ਆਖਿਆ, ਸਾਰਾਈ ਜੋ ਤੇਰੀ ਪਤਨੀ ਹੈ ਤੂੰ ਉਹਦਾ ਨਾਮ ਸਾਰਾਈ ਨਾ ਆਖੀ, ਸਗੋਂ ਉਹਦਾ ਨਾਮ ਸਾਰਾ ਹੋਵੇਗਾ। ਮੈਂ ਉਸ ਨੂੰ ਆਸ਼ੀਸ਼ ਦੇਵਾਂਗਾ ਅਤੇ ਉਸ ਦੇ ਰਾਹੀਂ ਤੈਨੂੰ ਇੱਕ ਪੁੱਤਰ ਦੇਵਾਂਗਾ ਅਤੇ ਮੈਂ ਉਸ ਨੂੰ ਇਸ ਤਰ੍ਹਾਂ ਆਸ਼ੀਸ਼ ਦੇਵਾਂਗਾ ਕਿ ਉਹ ਕੀ ਹੋਵੇਗਾ? 열국의 ਕੌਮ ਦੀ ਮਾਂ ਬਣ ਜਾਵੇਗੀ। ਪਰਮੇਸ਼ਰ ਨੇ ਅਬਰਾਹਮ ਨੂੰ ਕਿਹਾ, ਮੈਂ ਤੈਨੂੰ ਕੌਮਾਂ ਦੇ ਸਮੂਹ ਦਾ ਪਿਤਾ ਬਣਾਵਾਂਗਾ ਅਤੇ ਸਾਰਾ ਬਾਰੇ ਕਿਹਾ ਉਹ ਕੌਮ ਦੀ ਮਾਂ ਬਣ ਜਾਵੇਗੀ 그에게서 나리를 ਅਤੇ ਉਮਤਾਂ ਦੇ ਰਾਜੇ ਉਸ ਤੋਂ ਹੋਣਗੇ। 현재 하니까 ਤਾਂ ਅਬਰਾਹਮ ਆਪਣੇ ਮੂੰਹ ਪਾਰ ਡਿੱਗ ਪਿਆ, ਪਰ ਉਹ ਹੱਸਿਆ ਅਤੇ ਆਪਣੇ ਮਨ ਵਿੱਚ ਆਖਿਆ, ਭਲਾ 100 ਵਰ੍ਹਿਆਂ ਦੇ ਜਨ ਤੋਂ ਪੁੱਤਰ ਹੋਵੇਗਾ ਔਰ ਸਾਰਾ ਜੋ 90 ਵਰ੍ਹਿਆਂ ਦੀ ਹੈ ਪੁੱਤਰ ਜਣੇਗੀ। 아브라함이 ਤਾਂ ਅਬਰਾਹਮ ਨੇ ਪਰਮੇਸ਼ਰ ਨੂੰ ਆਖਿਆ, ਇਸ਼ਮਾਇਲ ਹੀ ਤੇਰੇ ਹਜ਼ੂਰ ਜਿਉਂਦਾ ਰਹੇ। 살기를 원하나이다। 괜히 자신의 가정 ਅਬਰਾਹਮ ਇਹ ਸੋਚ ਕੇ ਚਿੰਤਤ ਹੋਇਆ ਕਿ ਮੈਂ ਆਪਣੇ ਪਰਿਵਾਰ ਦੇ ਕਾਰਨ ਪਰਮੇਸ਼ਰ ਨੂੰ ਅਚਾਨਕ ਕਸ਼ਟ ਦੇ ਰਿਹਾ ਹਾਂ। 마음에서 그냥 ਕਿ ਇਹ ਬਿਹਤਰ ਨਹੀਂ ਹੋਵੇਗਾ ਕਿ ਇਸ਼ਮਾਇਲ ਪਰਮੇਸ਼ਰ ਦੀ ਮੌਜੂਦਗੀ ਵਿੱਚ ਬਿਨਾਂ ਕਿਸੇ ਸਮੱਸਿਆ ਦੇ ਰਹੇ ਅਤੇ ਅੰਸ਼ ਨੂੰ ਅੱਗੇ ਵਧਾਵੇ। 가는 것이 좋지 않겠어? ਇਸ ਕਰਕੇ ਉਸਨੇ ਪਰਮੇਸ਼ਰ ਨੂੰ ਕਿਹਾ, ਇਸ਼ਮਾਇਲ ਹੀ ਤੇਰੇ ਹਜ਼ੂਰ ਜਿਉਂਦਾ ਰਹੇ। 원하나이다라고 이렇게 고했습니다। ਵਚਨ 19। 19절의 말씀 보시면 ਪਰ ਪਰਮੇਸ਼ਰ ਨੇ ਆਖਿਆ, ਸਾਰਾ ਤੇਰੀ ਪਤਨੀ ਤੇਰੇ ਲਈ ਜ਼ਰੂਰ ਇੱਕ ਪੁੱਤਰ ਜਣੇਗੀ ਅਤੇ ਤੂੰ ਉਹਦਾ ਨਾਮ ਇਸਹਾਕ ਰੱਖੀ ਅਤੇ ਮੈਂ ਆਪਣਾ ਨੇਮ ਉਹਦੇ ਨਾਲ ਔਰ ਉਹਦੇ ਪਿੱਛੋਂ ਉਹਦੀ ਅੰਸ਼ ਨਾਲ ਇੱਕ ਅਨੰਤ ਨੇਮ ਕਰਕੇ ਕਾਇਮ ਕਰਾਂਗਾ। 영원한 언약이 되리라। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਪਰਮੇਸ਼ਰ ਨੇ ਅਬਰਾਹਮ ਨੂੰ ਕਿਹਾ, ਤੇਰੀ ਪਤਨੀ ਸਾਰਾ ਤੋਂ ਤੇਰੇ ਇੱਕ ਪੁੱਤਰ ਹੋਵੇਗਾ ਅਤੇ ਮੈਂ ਉਸ ਦੇ ਪੁੱਤਰ ਇਸਹਾਕ ਨਾਲ ਇੱਕ ਨੇਮ ਬੰਨਾਂਗਾ। 결국 ਪਰਮੇਸ਼ਰ ਚਾਹੁੰਦੇ ਸੀ ਕਿ ਇਸਹਾਕ ਅਬਰਾਹਮ ਦੇ ਪਰਿਵਾਰ ਦਾ ਵਾਰਿਸ ਬਣੇ। 이삭이 되기를 바라셨고 ਅੰਤ ਵਿੱਚ ਇਸਹਾਕ ਨੂੰ ਅਬਰਾਹਮ ਦੀ ਸਾਰੀ ਜਾਇਦਾਦ ਉਸ ਦੀ ਵਿਰਾਸਤ ਦੇ ਰੂਪ ਵਿੱਚ ਦਿੱਤੀ ਗਈ ਸੀ। ਆਓ ਅਸੀਂ ਇਹਨਾਂ ਸਾਰੇ ਵੱਖ-ਵੱਖ ਟੁਕੜਿਆਂ ਨੂੰ ਇਕੱਠੇ ਰੱਖੀਏ। ਲੂਕਾ ਦੇ ਅਧਿਆਇ 16 ਵਿੱਚ ਇਹ ਜ਼ਿਕਰ ਕੀਤਾ ਗਿਆ ਹੈ ਕਿ ਅਬਰਾਹਮ ਪਰਮੇਸ਼ਰ ਨੂੰ ਦਰਸਾਉਂਦਾ ਹੈ। 아브라함의 그 가정에 3 ਉਮੀਦਵਾਰ ਸੀ ਜੋ ਅਬਰਾਹਮ ਦੇ ਪਰਿਵਾਰ ਦੀ ਸਾਰੀ ਜਾਇਦਾਦ ਦੇ ਵਾਰਿਸ ਹੋ ਸਕਦੇ ਸੀ। 있었습니다। ਪਹਿਲਾ ਐਲੀਐਜ਼ਰ, ਦੂਜਾ ਇਸ਼ਮਾਇਲ ਅਤੇ ਤੀਜਾ ਇਸਹਾਕ ਸੀ। ਪਰ ਜੇਕਰ ਅਸੀਂ ਧਿਆਨ ਨਾਲ ਵੇਖੀਏ ਤਦ ਪਰਮੇਸ਼ਰ ਨੇ ਪਹਿਲੇ ਉਮੀਦਵਾਰ ਐਲੀਐਜ਼ਰ ਨੂੰ ਇਹ ਕਹਿੰਦੇ ਹੋਏ ਅਸਵੀਕਾਰ ਕਰ ਦਿੱਤਾ, ਉਹ ਤੁਹਾਡਾ ਵਾਰਿਸ ਨਹੀਂ ਹੈ। ਤਦ ਐਲੀਐਜ਼ਰ ਕੋਲ ਕਿਹੜੀ ਯੋਗਤਾ ਨਹੀਂ ਸੀ? ਸਾਨੂੰ ਇਸ ਗੱਲ ਨੂੰ ਡੂੰਘਾਈ ਨਾਲ ਦੇਖਣ ਦੀ ਲੋੜ ਹੈ। ਇਸ ਸਵਾਲ ਦਾ ਜਵਾਬ ਬਹੁਤ ਨੇੜਿਓਂ ਇਸ ਗੱਲ ਨਾਲ ਜੁੜਿਆ ਹੈ ਕਿ ਹਰੇਕ ਉਮੀਦਵਾਰ ਦਾ ਪਿਤਾ ਅਤੇ ਮਾਤਾ ਕੌਣ ਹੈ। ਐਲੀਐਜ਼ਰ ਬਚਪਨ ਤੋਂ ਹੀ ਅਬਰਾਹਮ ਦੇ ਘਰਾਣੇ ਵਿੱਚ ਇੱਕ ਸੇਵਕ ਦੇ ਰੂਪ ਵਿੱਚ ਪਲਿਆ ਸੀ। 길리원 자였습니다। ਇਜ਼ਰਾਈਲ ਦੀ ਵਿਵਸਥਾ ਅਨੁਸਾਰ ਜਦੋਂ ਕਿਸੇ ਦੇ ਮਾਤਾ-ਪਿਤਾ ਇੱਕ ਘਰ ਵਿੱਚ ਗੁਲਾਮ ਸੀ 종이 되면 ਤਦ ਉਹਨਾਂ ਦੁਆਰਾ ਪੈਦਾ ਹੋਈ ਸੰਤਾਨ ਵੀ ਉਸ ਘਰ ਵਿੱਚ ਸੇਵਕ ਵਜੋਂ ਰਹਿੰਦੀ ਸੀ। ਇਸ ਲਈ ਜਦੋਂ ਅਸੀਂ ਅਬਰਾਹਮ ਨੂੰ ਐਲੀਐਜ਼ਰ ਬਾਰੇ ਇਹ ਕਹਿੰਦੇ ਦੇਖਦੇ ਹਾਂ ਕਿ ਘਰ ਜੰਮ ਮੇਰਾ ਵਾਰਿਸ ਹੋਵੇਗਾ, 엘리에셀은 ਤਦ ਕਿ ਇਹ ਸਾਬਿਤ ਨਹੀਂ ਕਰਦਾ ਕਿ ਐਲੀਐਜ਼ਰ ਦੇ ਪਿਤਾ ਤੇ ਮਾਤਾ ਕੌਣ ਸੀ। ਉਹ ਸਾਰੇ ਸੇਵਕ ਸੀ, ਉਹ ਆਜ਼ਾਦ ਨਹੀਂ ਸੀ।
그래서 ਇਸ ਤਰ੍ਹਾਂ ਪਰਮੇਸ਼ਰ ਨੇ ਕਿਹਾ, ਹਾਲਾਂਕਿ ਉਹ ਆਪਣੇ ਕੰਮ ਵਿੱਚ ਬਹੁਤ ਵਫਾਦਾਰ ਅਤੇ ਚੰਗਾ ਹੈ, ਪਰ ਅਲੀਐਜ਼ਰ ਤੇਰਾ ਵਾਰਿਸ ਨਹੀਂ ਹੋਵੇਗਾ। ਫਿਰ ਅਸੀਂ ਵਾਰਿਸ ਦੇ ਰੂਪ ਵਿੱਚ ਕਿਸ ਨੂੰ ਚੁਣਾਂਗੇ? ਜਦੋਂ ਅਬਰਾਹਮ ਨੇ ਪੁੱਛਿਆ, ਤਦ ਪਰਮੇਸ਼ਰ ਨੇ ਕਿਹਾ, ਪਰ ਉਹ ਜੋ ਤੇਰੇ ਤੁਖਮ ਵਿੱਚੋਂ ਨਿਕਲੇਗਾ ਤੇਰਾ ਵਾਰਿਸ ਹੋਵੇਗਾ। 그래서 결국 ਇਸ ਲਈ ਸਾਰਾ ਦੀ ਗੋਲੀ ਹਾਜਰਾ ਨੇ ਅਬਰਾਹਮ ਲਈ ਇਸ਼ਮਾਈਲ ਨਾਂ ਦੇ ਇੱਕ ਪੁੱਤਰ ਨੂੰ ਜਨਮ ਦਿੱਤਾ। 자식을 얻습니다. ਪਰ ਭਾਵੇਂ ਉਸ ਦਾ ਪਿਤਾ ਅਬਰਾਹਮ ਸੀ ਜੋ ਇੱਕ ਆਜ਼ਾਦ ਆਦਮੀ ਸੀ, ਪਰ ਉਸ ਦੀ ਮਾਂ ਇੱਕ ਗੋਲੀ ਸੀ ਅਤੇ ਆਜ਼ਾਦ ਔਰਤ ਨਹੀਂ ਸੀ। ਨਤੀਜੇ ਵਜੋਂ ਇਸ ਲਈ ਪਰਮੇਸ਼ਰ ਨੇ ਇਸ਼ਮਾਈਲ ਬਾਰੇ ਗੱਲ ਕਰਦੇ ਹੋਏ ਗਲਾਤੀਆਂ ਦੀ ਕਿਤਾਬ ਵਿੱਚ ਉਸ ਦਾ ਨਾਮ ਵਰਣਨ ਦਾਸ ਦੇ ਰੂਪ ਵਿੱਚ ਕੀਤਾ। 이라고 표현했습니다. ਆਓ ਅਸੀਂ ਗਲਾਤੀਆਂ ਦੀ ਕਿਤਾਬ ਅਧਿਆਇ 4 ਵਚਨ 21 ਦੇਖੀਏ। ਤੁਸੀਂ ਜੋ ਸਰਾਂ ਦੇ ਮੱਧਿਤ ਹੋਣਾ ਚਾਹੁੰਦੇ ਹੋ, ਮੈਨੂੰ ਦੱਸੋ, ਭਲਾ ਤੁਸੀਂ ਸਰਾਂ ਨੂੰ ਨਹੀਂ ਸੁਣਦੇ? 아브라함이 두 아들이 있으니 하나는 ਕਿਉਂ ਜੋ ਇਹ ਲਿਖਿਆ ਹੋਇਆ ਹੈ, ਜੋ ਅਬਰਾਹਮ ਦੇ 2 ਪੁੱਤਰ ਹੋਏ, ਇੱਕ ਗੋਲੀ ਤੋਂ ਅਤੇ ਦੂਜਾ ਆਜ਼ਾਦ ਤੋਂ। 자, 두 아들 ਅਬਰਾਹਮ ਦੇ 2 ਪੁੱਤਰ ਹੋਏ, ਉਹਨਾਂ ਵਿੱਚੋਂ ਇੱਕ ਗੋਲੀ ਤੋਂ ਸੀ। 에서 났습니다. 누굽니까? ਉਹ ਕੌਣ ਹੈ? ਗੋਲੀ ਤੋਂ ਕਿਸ ਦਾ ਜਨਮ ਹੋਇਆ ਸੀ? 누구죠? ਇਸ਼ਮਾਈਲ ਦਾ। 이스마엘이고. ਕਿਉਂਕਿ ਇਹ ਲਿਖਿਆ ਹੈ, ਅਤੇ ਇੱਕ ਆਜ਼ਾਦ ਔਰਤ ਤੋਂ, ਤਦ ਆਜ਼ਾਦ ਔਰਤ ਸਾਰਾ ਤੋਂ ਜੰਮਿਆ ਪੁੱਤਰ ਕੌਣ ਸੀ? 태어난 아들은 누굽니까? ਉਹ ਇਸਹਾਕ ਸੀ। ਵਚਨ 23 ਵਿੱਚ ਇਹ ਕਹਿੰਦਾ ਹੈ, 계집 ਪਰ ਜਿਹੜਾ ਗੋਲੀ ਮਤਲਬ ਹਾਜਰਾ ਤੋਂ ਹੋਇਆ, ਉਹ ਸਰੀਰ ਦੇ ਅਨੁਸਾਰ ਜੰਮਿਆ, ਪਰੰਤੂ ਜਿਹੜਾ ਆਜ਼ਾਦ ਤੋਂ ਮਤਲਬ ਸਾਰਾ ਹੋਇਆ, 사라에게서 ਉਹ ਬਚਨ ਦੇ ਕਾਰਨ ਜੰਮਿਆ। 야만하니라. ਇਹ ਦ੍ਰਿਸ਼ਟਾਂਤ ਦੀਆਂ ਗੱਲਾਂ ਹਨ। ਅਰਥ ਇਹ, ਜੋ ਇਹ ਤੀਵੀਆਂ ਦੋ ਨੇਮ ਹਨ, ਇੱਕ ਤਾਂ ਸੀਨਾ ਪਹਾੜ ਹੈ ਜੋ ਗੁਲਾਮੀ ਲਈ ਜਾਂਦੀ ਹੈ, ਇਹ ਹਾਜਰਾ ਹੈ। ਬਾਈਬਲ ਵਿੱਚ ਹਾਜਰਾ ਦੇ ਪੁੱਤਰ ਨੂੰ ਦਾਸ ਕਿਹਾ ਗਿਆ ਹੈ। 동이라고 이렇게 지목을 했습니다. ਇਹ ਇੱਕ ਬਹੁਤ ਹੀ ਮਹੱਤਵਪੂਰਨ ਹਵਾਲਾ ਹੈ ਜਿਹੜਾ ਸਾਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਇਸ ਦੇ ਉਲਟ ਪਰਮੇਸ਼ਰ ਨੇ ਇਸਹਾਕ ਬਾਰੇ ਕੀ ਕਿਹਾ? 말씀을 하셨는가? 창세기 ਆਓ ਅਸੀਂ ਉਤਪਤ ਦੀ ਕਿਤਾਬ ਅਧਿਆਇ 17 ਵਚਨ 19 ਉੱਤੇ ਵਾਪਸ ਜਾਈਏ। ਤਦ ਪਰਮੇਸ਼ਰ ਨੇ ਆਖਿਆ, ਸਾਰਾ ਤੇਰੀ ਪਤਨੀ ਤੇਰੇ ਲਈ ਜ਼ਰੂਰ ਇੱਕ ਪੁੱਤਰ ਜਣੇਗੀ, ਅਤੇ ਤੂੰ ਉਹਦਾ ਨਾਮ ਇਸਹਾਕ ਰੱਖੀ, ਅਤੇ ਮੈਂ ਆਪਣਾ ਨੇਮ ਉਹਦੇ ਨਾਲ, ਪਰਮੇਸ਼ਰ ਉਸ ਨਾਲ ਕੀ ਬੰਨਣਗੇ, 내 언약을 ਔਰ ਉਹਦੇ ਪਿੱਛੋਂ ਉਹਦੀ ਅੰਸ਼ ਨਾਲ ਇੱਕ ਅਨੰਤ ਨੇਮ ਕਰਕੇ ਕਾਇਮ ਕਰਾਂਗਾ। 갖고 있습니다. 결국 ਆਖਰਕਾਰ ਕੀ ਉਹ ਚੁਣਿਆ ਹੋਇਆ ਵਿਅਕਤੀ ਅਬਰਾਹਮ ਦਾ ਪੁੱਤਰ ਇਸਹਾਕ ਨਹੀਂ ਸੀ, 사람이 바로 이삭이라는 ਜਿਸ ਨਾਲ ਪਰਮੇਸ਼ਰ ਨੇ ਨੇਮ ਬੰਨਿਆ ਸੀ? 자, 그렇게 ਆਓ ਅਸੀਂ ਇੱਕ ਵਾਰ ਫੇਰ ਅਲੀਐਜ਼ਰ ਦੇ ਮਾਤਾ-ਪਿਤਾ ਉੱਤੇ ਇੱਕ ਨਜ਼ਰ ਪਾਈਏ। ਅਲੀਐਜ਼ਰ ਦਾ ਪਿਤਾ ਆਜ਼ਾਦ ਨਹੀਂ ਸੀ, ਪਰ ਇੱਕ ਗੁਲਾਮ ਸੀ, ਅਤੇ ਉਸ ਦੀ ਮਾਤਾ ਵੀ ਆਜ਼ਾਦ ਨਹੀਂ ਸੀ, ਪਰ ਇੱਕ ਗੋਲੀ ਸੀ। ਇਸ ਲਈ ਪਰਮੇਸ਼ਰ ਨੇ ਸਿੱਟੇ ਵਜੋਂ ਕਿਹਾ ਕਿ ਉਹ ਅਬਰਾਹਮ ਦੇ ਪਰਿਵਾਰ ਦੀ ਜਾਇਦਾਦ ਪਾਉਣ ਵਾਲਾ ਵਿਅਕਤੀ ਨਹੀਂ ਬਣ ਸਕਦਾ। 이스마엘 ਇਸ਼ਮਾਈਲ ਬਾਰੇ ਕਹੀਏ ਤਦ ਉਸ ਦਾ ਪਿਤਾ ਅਬਰਾਹਮ ਸੀ, ਜੋ ਕਿ ਇੱਕ ਆਜ਼ਾਦ ਪੁਰਸ਼ ਸੀ, 어머니는 ਪਰ ਉਸ ਦੀ ਮਾਤਾ ਹਾਜਰਾ ਸੀ, ਜੋ ਕਿ ਇੱਕ ਗੋਲੀ ਸੀ। 하갈이 ਭਾਵੇਂ ਹਾਜਰਾ ਦਾ ਪੁੱਤਰ ਅਬਰਾਹਮ ਦਾ ਪੁੱਤਰ ਸੀ, ਪਰ ਅੰਤ ਵਿੱਚ ਉਸ ਨੂੰ ਸਿਰਫ ਇੱਕ ਗੁਲਾਮ ਦੇ ਰੂਪ ਵਿੱਚ ਵਰਣਨ ਕੀਤਾ ਗਿਆ। 이렇게 표현했습니다. 그래서 ਤਦ ਅੰਤ ਵਿੱਚ ਕੀ ਉਸ ਨੂੰ ਵਿਰਾਸਤ ਦਿੱਤੀ ਗਈ? 엘리에셀 ਅਬਰਾਹਮ ਦੀ ਜਾਇਦਾਦ ਦੇ ਵਾਰਿਸ ਹੋਣ ਦੀ ਇਜਾਜ਼ਤ ਨਾ ਤਾਂ ਅਲੀਐਜ਼ਰ ਨੂੰ ਅਤੇ ਨਾ ਹੀ ਇਸ਼ਮਾਈਲ ਨੂੰ ਦਿੱਤੀ ਗਈ। 결국 ਆਖਰਕਾਰ ਸਾਰੀ ਵਿਰਾਸਤ ਇਸਹਾਕ ਨੂੰ ਦਿੱਤੀ ਗਈ। 하게 되는데요. 이삭을 한번 ਜੇਕਰ ਅਸੀਂ ਇਸਹਾਕ ਨੂੰ ਨੇੜਿਓਂ ਦੇਖੀਏ ਤਦ ਅਸੀਂ ਜਾਣ ਸਕਦੇ ਹਾਂ ਕਿ ਇਸਹਾਕ ਦਾ ਪਿਤਾ ਇੱਕ ਆਜ਼ਾਦ ਪੁਰਸ਼ ਅਬਰਾਹਮ ਸੀ ਅਤੇ ਉਸ ਦੀ ਮਾਤਾ ਇੱਕ ਆਜ਼ਾਦ ਔਰਤ ਸਾਰਾ ਸੀ। 그래서 ਅੰਤ ਵਿੱਚ ਪਰਮੇਸ਼ਰ ਨੇ ਇਸਹਾਕ ਨੂੰ ਅਬਰਾਹਮ ਦੇ ਪਰਿਵਾਰ ਦੀ ਸਾਰੀ ਜਾਇਦਾਦ ਹਾਸਲ ਕਰਨ ਦੀ ਇਜਾਜ਼ਤ ਦਿੱਤੀ। 있도록 이와 같이 허락을 해 놓으셨습니다. ਅਬਰਾਹਮ ਦੇ ਪਰਿਵਾਰ ਦੀ ਵਿਰਾਸਤ ਪ੍ਰਾਪਤ ਕਰਨ ਦਾ ਮਾਮਲਾ ਸਾਡਾ ਮਾਮਲਾ ਹੈ 결국 우리가 ਕਿ ਅਸੀਂ ਕਿਵੇਂ ਪਰਮੇਸ਼ਰ ਦੇ ਸਦੀਪਕ ਰਾਜ ਨੂੰ ਪ੍ਰਾਪਤ ਕਰ ਸਕਦੇ ਹਾਂ। 받을 수 있는가? ਇਸ ਲਈ 이 일의 ਪੂਰਨ ਸ਼ਰਤ ਕੀ ਹੈ? 조건이 ਇੱਥੇ ਇਹ ਕਹਿੰਦਾ ਹੈ, ਪਰ ਯਰੂਸ਼ਲਮ ਜੋ ਉਤਾਹਾਂ ਹੈ ਉਹ ਆਜ਼ਾਦ ਹੈ, ਉਹ ਸਾਡੀ ਮਾਤਾ ਹੈ। ਆਜ਼ਾਦ ਹੋਣ ਦਾ ਮਤਲਬ ਕੀ ਹੈ? ਕੌਣ ਆਜ਼ਾਦ ਹੈ? 합니까? ਕੇਵਲ ਪਰਮੇਸ਼ਵਰ ਆਜ਼ਾਦ ਹਨ, 왜냐하면 우리 모두 ਕਿਉਂਕਿ ਇਹ ਲਿਖਿਆ ਹੈ ਕਿ ਅਸੀਂ ਸਾਰੇ ਮਨੁੱਖ ਪਾਪ ਦੇ ਦਾਸ ਹਾਂ। 되어 있습니다. ਅਸੀਂ ਵੀ ਪਾਪ ਦੇ ਅਧੀਨ ਕੈਦ ਕੀਤੇ ਗਏ ਹਾਂ ਅਤੇ ਪਾਪ ਦੇ ਦਾਸ ਹਾਂ। 해왔습니다. 근데 ਹਾਲਾਂਕਿ ਜੋ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਨੂੰ ਮਿਲੇ ਹਨ, ਉਹਨਾਂ ਨੂੰ ਪਿਤਾ ਅਤੇ ਮਾਤਾ ਦੀ ਸੰਤਾਨ ਬਣਾਉਣ ਲਈ ਅਤੇ ਉਹਨਾਂ ਉੱਤੇ ਆਪਣੀ ਸੰਤਾਨ ਦੇ ਰੂਪ ਵਿੱਚ ਮੋਹਰ ਲਗਾਉਣ ਲਈ ਪਰਮੇਸ਼ਰ ਨੇ ਆਪਣਾ ਪਵਿੱਤਰ ਮਾਸ ਅਤੇ ਆਪਣਾ ਕੀਮਤੀ ਲਹੂ ਉਹਨਾਂ ਨੂੰ ਦਿੱਤਾ ਹੈ।
영원한 ਇਸ ਦਾ ਮਤਲਬ ਹੈ ਕਿ ਜੋ ਲੋਕ ਕਨਾਨ ਦੇ ਸਦੀਪਕ ਸਵਰਗੀ ਦੇਸ਼ ਦੇ ਵਾਰਿਸ ਹੋਣਗੇ ਉਹਨਾਂ ਨੂੰ ਪਿਤਾ ਪਰਮੇਸ਼ਰ ਤੇ ਮਾਤਾ ਪਰਮੇਸ਼ਰ ਦੀ ਸਿੱਧ ਸੰਤਾਨ ਹੋਣਾ ਚਾਹੀਦਾ ਹੈ। 것입니다. ਇਸ ਤਰ੍ਹਾਂ ਅੱਜ ਦੀ ਦੁਨੀਆ ਵਿੱਚ ਜੋ ਲੋਕ ਕਹਿੰਦੇ ਹਨ ਕਿ ਉਹ ਪਿਤਾ ਪਰਮੇਸ਼ਰ ਤੇ ਮਾਤਾ ਪਰਮੇਸ਼ਰ ਤੇ ਵਿਸ਼ਵਾਸ ਨਹੀਂ ਕਰਦੇ, ਜਾਂ ਜੋ ਕਹਿੰਦੇ ਹਨ ਕਿ ਉਹ ਪਰਮੇਸ਼ਰ ਤੇ ਵਿਸ਼ਵਾਸ ਨਹੀਂ ਕਰਦੇ ਕਿ ਉਹ ਪਰਮੇਸ਼ਰ ਦੇ ਰਾਜ ਦੇ ਵਾਰਿਸ ਹੋ ਸਕਦੇ ਹਨ, ਇਹ ਲੋਕ ਵਿਰਾਸਤ ਵਿੱਚੋਂ ਬਾਹਰ ਕੀਤੇ ਜਾਣ ਵਾਲੇ ਪਹਿਲਾ ਸਮੂਹ ਹੋਣਗੇ। ਅਬਰਾਹਮ ਦੇ ਪਰਿਵਾਰ ਦੇ ਵਾਰਿਸ ਬਣਨ ਲਈ ਇਨ੍ਹਾਂ ਤਿੰਨ ਸੰਭਾਵੀ ਉਮੀਦਵਾਰਾਂ ਦੁਆਰਾ 후보자를 통해서 ਪਰਮੇਸ਼ਰ ਨੇ ਸਾਨੂੰ ਵਿਸ਼ਵਾਸ ਦੀ ਦੁਨੀਆ ਦਿਖਾਈ ਜੋ ਅੱਜ ਦੁਨੀਆ ਦੇ ਲੋਕਾਂ ਕੋਲ ਹੈ। 대목이라고 볼 수 있습니다. ਜੋ ਲੋਕ ਕਹਿੰਦੇ ਹਨ ਪਿਤਾ ਪਰਮੇਸ਼ਰ ਅਤੇ ਮਾਤਾ ਪਰਮੇਸ਼ਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ, 없는 사람들 ਉਹ ਪਰਮੇਸ਼ਰ ਦੇ ਰਾਜ ਦੇ ਵਾਰਿਸ ਨਹੀਂ ਹੋ ਸਕਦੇ ਅਤੇ ਨਾ ਹੀ ਸਵਰਗ ਦੇ ਰਾਜ ਵਿੱਚ ਦਾਖਲ ਕਰ ਸਕਦੇ ਹਨ। 그러나 ਦੂਜੇ ਪਾਸੇ ਇਸ਼ਮਾਈਲ ਵਰਗੇ ਲੋਕ ਹਨ ਜੋ ਕਹਿੰਦੇ ਹਨ ਮੈਂ ਪਿਤਾ ਪਰਮੇਸ਼ਰ ਦੀ ਮੌਜੂਦਗੀ ਨੂੰ ਸਵੀਕਾਰ ਕਰਦਾ ਹਾਂ, ਪਰ ਮੈਂ ਕਦੇ ਵੀ ਮਾਤਾ ਪਰਮੇਸ਼ਰ ਤੇ ਵਿਸ਼ਵਾਸ ਨਹੀਂ ਕਰ ਸਕਦਾ। 얘기하는 사람도 ਪਰਮੇਸ਼ਰ ਨੇ ਉਹਨਾਂ ਨੂੰ ਦਾਸਾਂ ਦੀ ਕਤਾਰ ਵਿੱਚ ਰੱਖਿਆ ਹੈ। 이삭은 ਇਸਹਾਕ ਬਾਰੇ ਕੀ? ਇਸਹਾਕ ਦਾ ਪਿਤਾ ਅਬਰਾਹਮ ਸੀ ਜੋ ਆਜ਼ਾਦ ਸੀ 사람으로서 자유자예요. ਅਤੇ ਉਸ ਦੀ ਮਾਤਾ ਸਾਰਾ ਸੀ ਜੋ ਆਜ਼ਾਦ ਸੀ। ਇਸ ਲਈ ਜਿਸ ਤਰ੍ਹਾਂ ਇਸਹਾਕ ਨੂੰ ਅਬਰਾਹਮ ਦੇ ਪਰਿਵਾਰ ਦੀ ਵਿਰਾਸਤ ਦਿੱਤੀ ਗਈ ਸੀ, ਉਸੇ ਤਰ੍ਹਾਂ ਅਸੀਂ ਜੋ ਪਿਤਾ ਪਰਮੇਸ਼ਰ ਅਤੇ ਮਾਤਾ ਪਰਮੇਸ਼ਰ ਤੇ ਵਿਸ਼ਵਾਸ ਕਰਦੇ ਹਾਂ ਸਦੀਪਕ ਸਵਰਗੀ ਘਰ ਵਾਪਸ ਜਾ ਸਕਦੇ ਹਾਂ ਅਤੇ ਸਵਰਗ ਦੇ ਰਾਜ ਦੇ ਵਾਰਿਸ ਹੋ ਸਕਦੇ ਹਾਂ। 받을 수 있다는 ਇਹ ਭਵਿੱਖਬਾਣੀ ਅਬਰਾਹਮ ਦੇ ਪਰਿਵਾਰ ਦੁਆਰਾ ਦਿਖਾਈ ਗਈ ਹੈ। 할 수가 있는 것입니다. ਪਰਮੇਸ਼ਰ ਨੇ ਕਈ ਦਹਾਕਿਆਂ ਦੇ ਲੰਬੇ ਅਰਸੇ ਦੌਰਾਨ 이것도 몇십 년이라는 아주 ਅਲੀਆਜ਼ਰ, 시간을 틈을 ਇਸ਼ਮਾਈਲ ਅਤੇ ਇਸਹਾਕ ਦੇ ਮਾਮਲੇ ਵਿੱਚ 이삭에 대한 ਸਪਸ਼ਟ ਉੱਤਰ ਦਿੱਤਾ ਹੈ। 정리를 해주시게 된 것입니다. ਜਦੋਂ ਅਸੀਂ ਇਸਹਾਕ ਦੇ ਜਨਮ ਦੀ ਪ੍ਰਕਿਰਿਆ ਨੂੰ ਦੇਖਦੇ ਹਾਂ ਤਦ ਪਰਮੇਸ਼ਰ ਨੇ ਅਬਰਾਹਮ ਦਾ ਨਾਮ ਬਦਲ ਕੇ ਕੋਮਾ ਦਾ ਪਿਤਾ ਕਰ ਦਿੱਤਾ। 합의로서 ਪਰਮੇਸ਼ਰ ਨੇ ਸਾਰਾ ਦਾ ਨਾਮ ਵੀ ਬਦਲ ਕੇ ਕੋਮਾ ਦੀ ਮਾਤਾ ਰੱਖਿਆ। 합의로서 말이에요. ਪਰਮੇਸ਼ਰ ਨੇ ਉਹਨਾਂ ਨੂੰ ਕੋਮਾ ਦਾ ਪਿਤਾ ਅਤੇ ਕੋਮਾ ਦੀ ਮਾਤਾ ਦਾ ਅਹੁਦਾ ਦਿੱਤਾ, ਜਿਸ ਦਾ ਅਰਥ ਹੈ ਸਾਰੀ ਦੁਨੀਆ ਦਾ ਪਿਤਾ ਅਤੇ ਸਾਰੀ ਦੁਨੀਆ ਦੀ ਮਾਤਾ। ਇਸ ਤੋਂ ਇਲਾਵਾ ਲੂਕਾ ਦੇ 16 ਵਿੱਚ ਜਦੋਂ ਅਸੀਂ ਯੀਸ਼ੂ ਦੁਆਰਾ ਦਿੱਤੇ ਗਏ ਦ੍ਰਿਸ਼ਟਾਂਤ ਨੂੰ ਦੇਖਦੇ ਹਾਂ ਤਦ ਧਨਵਾਨ ਮਰ ਗਿਆ ਔਰ ਅਗਲੀ ਦੁਨੀਆ ਵਿੱਚ ਚਲਾ ਗਿਆ ਅਤੇ ਉਸਨੇ ਪੁਕਾਰਿਆ ਪਿਤਾ ਅਬਰਾਹਮ। ਇਸ ਰਾਹੀਂ ਅਸੀਂ ਸਪਸ਼ਟ ਤੌਰ ਤੇ ਸਮਝ ਸਕਦੇ ਹਾਂ ਕਿ ਅਬਰਾਹਮ ਦੇ ਪਰਿਵਾਰ ਦੇ ਇਤਿਹਾਸ ਦੁਆਰਾ ਪਰਮੇਸ਼ਰ ਨੇ ਸਾਡੇ ਲਈ ਕੀ ਪ੍ਰਬੰਧ ਕੀਤਾ ਹੈ ਅਤੇ ਸਵਰਗ ਜਿੱਥੇ ਅਸੀਂ ਜਾਣਾ ਹੈ ਉਸ ਦੀ ਵਿਰਾਸਤ ਨੂੰ ਕੌਣ ਪ੍ਰਾਪਤ ਕਰੇਗਾ ਅਤੇ ਕਿਸ ਰਸਤੇ ਤੋਂ ਅਸੀਂ ਉਸ ਨੂੰ ਹਾਸਲ ਕਰ ਸਕਦੇ ਹਾਂ। ਇਸ ਯੁੱਗ ਵਿੱਚ ਵੀ ਜਿਨ੍ਹਾਂ ਕੋਲ ਸਵਰਗੀ ਮਾਤਾ ਉੱਤੇ ਵਿਸ਼ਵਾਸ ਨਹੀਂ ਹੈ ਉਹਨਾਂ ਲਈ ਸਵਰਗ ਦਾ ਰਾਜ ਬਹੁਤ ਦੂਰ ਹੋਵੇਗਾ। 것입니다. ਆਓ ਅਸੀਂ ਗਲਾਤੀਆਂ ਦੀ ਕਿਤਾਬ ਅਧਿਆਇ 4 ਵਚਨ 26 ਵਿੱਚ ਪਰਮੇਸ਼ਰ ਦੇ ਵਚਨਾਂ ਦੁਆਰਾ ਇਸ ਦੀ ਪੁਸ਼ਟੀ ਕਰੀਏ। ਪਰ ਯਰੂਸ਼ਲਮ ਜੋ ਉਤਾਹਾਂ ਹੈ ਉਹ ਆਜ਼ਾਦ ਹੈ। ਉਹ ਕੌਣ ਹੈ? 시라고요. ਉਹ ਸਾਡੀ ਮਾਤਾ ਹੈ। ਇੱਥੇ ਇਸ ਵਚਨ ਵਿੱਚ ਆਜ਼ਾਦ ਸ਼ਬਦ ਦਾ ਪਹਿਲਾਂ ਤੋਂ ਹੀ ਇਹ ਅਰਥ ਹੈ ਕਿ ਉਹ ਸਾਡੀ ਪਰਮੇਸ਼ਰ ਹੈ, 자유자님 ਉਹ ਆਜ਼ਾਦ ਹੈ, ਉਹ ਸਾਡੀ ਮਾਤਾ ਹੈ। 17절의 말씀 ਵਚਨ 27 ਵਿੱਚ ਇਹ ਕਹਿੰਦਾ ਹੈ ਕਿਉਂ ਜੋ ਲਿਖਿਆ ਹੋਇਆ ਹੈ ਹੇ ਬਾਂ ਜੈਕਾਰਾ ਗਜਾ ਤੂੰ ਜੋ ਨਹੀਂ ਜਣੀ ਖੁੱਲ ਕੇ ਗਾ ਅਤੇ ਚਿੱਲਾ ਤੂੰ ਜੀ ਨੂੰ ਪੀੜਾ ਨਹੀਂ ਲੱਗਦੀਆਂ ਕਿਉਂ ਜੋ ਛੁੱਟੜ ਦੇ ਬੱਚੇ ਸੁਆਗਣ ਦੇ ਬੱਚਿਆਂ ਨਾਲੋਂ ਵੱਧ ਹਨ। ਪਰ ਇਹ ਭਰਾਵੋ ਅਸੀਂ ਕਿਸ ਦੇ ਵਾਂਗੂ ਇਸਹਾਕ ਵਾਂਗੂ ਬਚਨ ਦੀ ਸੰਤਾਨ ਹਾਂ। 이삭과 ਇਸਹਾਕ ਵਰਗੇ ਬਣਨ ਲਈ 우리가 ਸਾਨੂੰ ਕੀ ਕਰਨਾ ਚਾਹੀਦਾ ਹੈ 자유자님 ਕਿ ਸਾਨੂੰ ਉਸ ਮਾਤਾ ਦੀ ਸੰਤਾਨ ਨਹੀਂ ਬਣਨਾ ਚਾਹੀਦਾ ਜੋ ਆਜ਼ਾਦ ਹੈ। ਆਓ ਅਸੀਂ ਫੇਰ ਤੋਂ ਵਚਨ 28 ਵੇਖੀਏ। ਪਰ ਹੇ ਭਰਾਵੋ ਅਸੀਂ ਇਸਹਾਕ ਵਾਂਗੂ ਵਚਨ ਦੀ ਸੰਤਾਨ ਹਾਂ। 그러나 ਪਰ ਜਿਵੇਂ ਉਸ ਸਮੇਂ ਉਹ ਜਿਹੜਾ ਸਰੀਰ ਦੇ ਅਨੁਸਾਰ ਜੰਮਿਆ ਉਹ ਨੂੰ ਸਤਾਉਂਦਾ ਸੀ ਜਿਹੜਾ ਆਤਮਾ ਦੇ ਅਨੁਸਾਰ ਜੰਮਿਆ ਸੀ ਤਿਵੇਂ ਹੁਣ ਵੀ ਹੁੰਦਾ ਹੈ। 그러나 ਪਰ ਧਰਮ ਪੁਸਤਕ ਕੀ ਆਖਦਾ ਹੈ? ਗੋਲੀ ਅਤੇ ਉਸ ਦੇ ਪੁੱਤਰ ਨੂੰ ਕੱਢ ਦੇ, ਕਿਉਂ ਜੋ ਗੋਲੀ ਦਾ ਪੁੱਤਰ ਆਜ਼ਾਦ ਦੇ ਪੁੱਤਰ ਦੇ ਨਾਲ ਅਧਿਕਾਰੀ ਨਹੀਂ ਹੋਵੇਗਾ। 어찌 못하리라 하였나니라. ਇਸ ਲਈ हे ਭਰਾਵੋ ਅਸੀਂ ਗੋਲੀ ਦੀ ਨਹੀਂ, ਅਸੀਂ ਕਿਸ ਦੀ ਸੰਤਾਨ ਹਾਂ? ਸਗੋਂ ਆਜ਼ਾਦ ਦੀ ਸੰਤਾਨ ਹਾਂ। 결국 ਆਖਰਕਾਰ ਸਾਡੀ ਸਦੀਪਕ ਮਾਤਾ ਪਰਮੇਸ਼ਰ ਉਸ ਸਥਿਤੀ ਵਿੱਚ ਹਨ ਜੋ ਪਾਪ ਤੋਂ ਆਜ਼ਾਦ ਹੈ। 원하신 어머니 하나님. ਬਾਈਬਲ ਵਾਰ-ਵਾਰ ਕਹਿੰਦੀ ਹੈ ਪਰ ਹੇ ਭਰਾਵੋ ਅਸੀਂ ਇਸਹਾਕ ਵਾਂਗੂ ਬਚਨ ਦੀ ਸੰਤਾਨ ਹਾਂ। ਪਰਮੇਸ਼ਰ ਨੇ ਕਿਹਾ ਕਿ ਅਸੀਂ ਉਹ ਵਾਅਦੇ ਦੀ ਸੰਤਾਨ ਹਾਂ। 이렇게 말씀을 주시고 ਪਹਿਲਾ ਯਹੋਨਾ ਅਧਿਆਇ 2 ਵਚਨ 25 ਵਿੱਚ ਇਹ ਕਹਿੰਦਾ ਹੈ
ਅਤੇ ਇਹ ਉਹ ਵਾਅਦਾ ਹੈ ਜਿਹੜਾ ਉਹਨੇ ਸਾਨੂੰ ਦਿੱਤਾ ਸੀ, ਅਰਥਾਤ ਸਦੀਪਕ ਜੀਵਨ। ਇਸਹਾਕ ਨੇ ਕਿਸ ਦੁਆਰਾ ਵਿਰਾਸਤ ਪ੍ਰਾਪਤ ਕੀਤੀ? 그래서 오늘 ਇਸ ਲਈ ਇਸਹਾਕ ਵਾਂਗ ਵਾਅਦੇ ਦੀ ਸੰਤਾਨ ਦੇ ਰੂਪ ਫਿਰ ਤੋਂ ਜਨਮ ਲੈਣ ਲਈ 거듭나기 위해서 ਸਾਨੂੰ ਸਵਰਗੀ ਮਾਤਾ ਦੀ ਸੰਤਾਨ ਬਣਨਾ ਚਾਹੀਦਾ ਹੈ। 로마 ਆਓ ਅਸੀਂ ਰੋਮੀਆਂ ਦੀ ਕਿਤਾਬ ਅਧਿਆਇ 8 ਵਚਨ 16 ਉੱਤੇ ਇੱਕ ਨਜ਼ਰ ਪਾਈਏ। 성령 ਉਹ ਆਤਮਾ ਆਪ ਸਾਡੇ ਆਤਮਾ ਦੇ ਨਾਲ ਸਾਖੀ ਦਿੰਦਾ ਹੈ, ਭਾਈ ਅਸੀਂ ਪਰਮੇਸ਼ਵਰ ਦੇ ਬਾਲਕ ਹਾਂ, 증가하시나니 ਅਤੇ ਜੇ ਬਾਲਕ ਹਾਂ ਤਾਂ ਅਧਿਕਾਰੀ ਵੀ ਹਾਂ, ਪਰਮੇਸ਼ਵਰ ਦੇ ਅਧਿਕਾਰੀ ਅਤੇ ਮਸੀਹ ਦੇ ਨਾਲ ਸਾਂਝੇ ਅਧਿਕਾਰੀ। 우리가 그와 ਪਰ 함께 ਤਦੇ ਜੇ ਅਸੀਂ ਉਹਦੇ ਨਾਲ ਦੁੱਖ ਚੱਲੀਏ, ਭਾਈ ਉਹਦੇ ਨਾਲ ਅਸੀਂ ਵਡਿਆਏ ਜਾਈਏ। 생각한 ਮੇਰੀ ਸਮਝ ਵਿੱਚ ਇਸ ਵਰਤਮਾਨ ਸਮੇਂ ਦੇ ਦੁੱਖ ਉਸ ਪ੍ਰਤਾਪ ਨਾਲ ਜੋ ਸਾਡੇ ਵੱਲ ਪ੍ਰਕਾਸ਼ ਹੋਣ ਵਾਲਾ ਹੈ ਮਚਾਉਣ ਦੇ ਯੋਗ ਨਹੀਂ। ਭਵਿੱਖ ਵਿੱਚ ਪਰਮੇਸ਼ਵਰ ਦੀ ਸੰਤਾਨ ਦੇ ਰੂਪ ਵਿੱਚ ਅਸੀਂ ਜਿਸ ਮਹਿਮਾ ਦਾ ਆਨੰਦ ਮਾਣਾਂਗੇ ਉਹ ਸੱਚਮੁੱਚ ਸ਼ਾਨਦਾਰ ਹੈ। ਸਵਰਗ ਦੇ ਤਾਰਿਆਂ ਵਰਗੇ ਅਣਗਿਣਤ ਦੂਤ ਕਹਿਣਗੇ, ਆਓ ਅਸੀਂ ਅੱਜ ਇਸ ਨਗਰ ਅਤੇ ਕੱਲ ਉਸ ਤਾਰੇ ਦਾ ਯਾਤਰਾ ਕਰੀਏ। ਭਰਾਵੋ ਅਤੇ ਭੈਣੋ, ਉਹ ਦਿਨ ਜਲਦੀ ਹੀ ਆ ਰਿਹਾ ਹੈ ਜਦੋਂ ਇਸ ਤਰ੍ਹਾਂ ਸਾਡੀ ਸੇਵਾ ਕੀਤੀ ਜਾਏਗੀ। ਉਸ ਸ਼ਾਨਦਾਰ ਦੁਨੀਆ ਵਿੱਚ ਪ੍ਰਵੇਸ਼ ਕਰਨ ਲਈ ਆਓ ਅਸੀਂ ਸਵਰਗੀ ਪਿਤਾ ਅਤੇ ਮਾਤਾ ਜੀ ਦੇ ਵਚਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਮੰਨੀਏ। 기울이시고 ਇਹ ਆਸ ਕਰਦੇ ਹੋਏ ਕਿ ਸਿਓਨ ਦੀਆਂ ਸਾਰੀਆਂ ਸੰਤਾਨਾਂ ਅੰਤ ਤੱਕ ਇਸ ਵਿਸ਼ਵਾਸ ਨੂੰ ਫੜੀ ਰੱਖਣਗੀਆਂ ਅਤੇ ਮਹਾਨ ਆਸ਼ੀਸ਼ਾਂ ਅਤੇ ਇੱਕ ਮਹਾਨ ਸਵਰਗੀ ਪ੍ਰਤੀਫਲ ਹਾਸਲ ਕਰਨਗੀਆਂ। ਮੈਂ ਇਸ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।